ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੈ ਅਨਹਦ ਤੂਰੇ। ਰਹਾ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਰਹਾਉ ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ। ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼। ਸ਼ਾਮ ਸਮੇਂ ਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਬਿਲਾਵਲ ਰਾਗ ਦੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਦੁਪਦਿਆਂ ਦੇ ਬਚਨ ਅਸੀਂ ਵਿਚਾਰ ਰਹੇ ਹਾਂ। ਸ਼ਬਦ ਆਪਨੇ ਸਰਵਨ ਕੀਤਾ ਹੈ, ਵਿਚਾਰ ਦੀ ਪ੍ਰਾਰੰਭਤਾ ਰਹਾਉ ਦੇ ਪਦੇ ਤੋਂ ਕਰ ਰਹੇ ਹਾਂ। ਸਭ ਜ਼ਿਕਰ ਕਰਦੇ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਰਹਾਉ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਸ਼ਾਂਤ ਤੱਤੇ ਨੂੰ ਸਿਹਾਰੀ ਹੈ, ਅਰਥ ਕਰਦਿਆਂ ਬਣੇਗੀ ਬਿਹਾਰੀ ਸ਼ਾਂਤੀ, ਜਿਹਨੂੰ ਅਸੀਂ ਅੱਜ ਦੀ ਲੈਂਗੁਆ ਫਰੈਂਕਾ ਮੇਨ ਇੰਗਲਿਸ਼ ਲੈਂਗੁਏਜ ਦੇ ਵਿੱਚ ਕਹਿੰਦੇ ਹਾਂ ਪੀਸ ਆਫ ਮਾਈਂਡ। ਮਨੁੱਖ ਨੂੰ ਇਸ ਗੱਲ ਦੀ ਸਭ ਤੋਂ ਵੱਡੀ ਲੋੜ ਹੈ, ਪੀਸ ਆਫ ਮਾਈਂਡ। ਹਰ ਇੱਕ ਦੀ ਆਪੋ ਆਪਣੀ ਅੰਡਰਸਟੈਂਡਿੰਗ ਹੈ ਇਹਦੇ ਬਾਰੇ, ਹਰ ਇੱਕ ਦਾ ਆਪੋ ਆਪਣਾ ਕੰਫਰਟ ਜ਼ੋਨ ਹੈ। ਇਸ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇਟਸ ਅ ਸਟੇਟ ਆਫ ਮਾਈਂਡ ਵਿਚ ਵੀ ਕਾਲਡ ਪੀਸ ਆਫ ਮਾਈਂਡ। ਕਿਸੇ ਨੂੰ ਕਿਸੇ ਲੈਵਲ 'ਤੇ ਜਾ ਕੇ ਇਹ ਸਟੇਟ ਆਫ ਮਾਈਂਡ ਅਟੇਨ ਹੁੰਦਾ ਆ, ਕਿਸੇ ਨੂੰ ਕਿਸੇ ਲੈਵਲ 'ਤੇ ਜਾ ਕੇ। ਪਰ ਅਲਟੀਮੇਟਲੀ ਇੱਕ ਯੂਨੀਵਰਸਲ ਨੀਡ ਹੈ ਪੂਰੀ ਹਿਊਮੈਨਿਟੀ ਦੀ। ਇਸ ਬਾਬਤ ਵੱਖਰੀ ਵੱਖਰੀ ਅਪਰੋਚ, ਵੱਖਰੀਆਂ ਵੱਖਰੀਆਂ ਥਿਊਰੀਜ਼, ਵੱਖਰੀਆਂ ਵੱਖਰੀਆਂ ਆਈਡੀਆਲੋਜੀਜ਼, ਵੱਖਰੇ ਵੱਖਰੇ ਤਰੀਕੇਕਾਰ ਇਨਸਾਨਾਂ ਨੇ ਵਕਤ ਬਾ ਵਕਤ ਅਪਣਾਏ ਅਤੇ ਅੱਜ ਵੀ ਅਪਣਾ ਰਹੇ ਨੇ। ਇੱਕ ਯੂਨੀਵਰਸਲ ਤਰੀਕਾ ਸਪਿਰਿਚੁਅਲਿਟੀ ਵੀ ਹੈ ਟੂ ਅਟੇਨ ਪੀਸ ਆਫ ਮਾਈਂਡ। ਇਸ ਬਾਬਤ ਫਿਰ ਅੱਗੇ ਇੱਕ ਪੂਰਾ ਐਵੀਨਿਊ ਖੁੱਲ੍ਹ ਜਾਂਦਾ, ਕੋਈ ਕਿਸੇ ਤਰੀਕੇ ਨਾਲ ਕਹਿੰਦਾ, ਕੋਈ ਕਿਸੇ ਤਰੀਕੇ ਨਾਲ ਕਹਿੰਦਾ। ਗੁਰੂ ਬਾਬਾ ਜੀ ਇੱਥੇ ਬਿਆਨ ਕਰਦੇ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਜਦੋਂ ਮੈਨੂੰ ਸ਼ਾਂਤੀ ਮਿਲੀ, ਗੁਰੂ ਅਰਜਨ ਸਾਹਿਬ ਕਹਿੰਦੇ, ਉਹ ਸਤਿਗੁਰ ਪੂਰੇ ਪੂਰੇ ਸਤਿਗੁਰੂ ਦੀ ਨਵਾਜ਼ਿਸ਼ ਨਾਲ ਮਿਲੇ, ਜਿਹਨੂੰ ਅਸੀਂ ਗੁਰਪ੍ਰਸਾਦ ਕਹਿੰਦੇ ਹਾਂ। ਵਾਰ ਵਾਰ ਇਹਨਾਂ ਸ਼ਬਦਾਂ 'ਚ ਬਾਤ ਆਏਗੀ, ਗੁਰੂ ਤਰੁੱਠਦਾ, ਗੁਰੂ ਨਵਾਜ਼ਦਾ ਅਤੇ ਬੰਦੇ ਦੀ ਸਟੇਟ ਆਫ ਮਾਈਂਡ ਦੀ ਅਪਲਿਫਟਿੰਗ ਹੋ ਜਾਂਦੀ। ਇਸ ਤਰ੍ਹਾਂ ਜਾਣੋ ਕਿ ਜਿਹਨੂੰ ਅਸੀਂ ਪੀਸ ਆਫ ਮਾਈਂਡ ਦੇ ਲੈਵਲ 'ਤੇ ਦੇਖਦੇ ਹਾਂ, ਇਹਦੇ 'ਚ ਕੋਈ ਇੱਕ ਸਪੈਸੀਫਿਕ ਚੀਜ਼ ਤਾਂ ਹੈ ਨਹੀਂ ਗੀ। ਬਾਣੀ ਦੇ ਮੁਤਾਬਕ ਹੀ ਪੜ੍ਹੀਏ, there are so many different components which are playing role to attain the peace of mind. Those components we can start from worldly things such as
ਜਿਵੇਂ ਸਰਮਾਇਆ, ਦੌਲਤ, ਪੈਸਾ, ਇਹਦੀ ਬਾਤ ਕਰੀਏ, ਬਾਬਾ ਜੀ ਦੇ ਅਕਸਰ ਸ਼ਬਦ ਪੜ੍ਹਦੇ ਹਾਂ। ਮਹਾਰਾਜ ਬਿਆਨ ਕਰਦੇ ਕਿ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੁਹੋਂ ਵਿਵਸਥਾ ਤੇਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਹੁਣ ਬਾਬਾ ਜੀ ਨੇ ਜਿਹੜੀ ਸੰਸਾਰੀ ਤੌਰ 'ਤੇ ਬਾਤ ਆ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਬਹੁਤਾਇਤ ਜਿਹਨੂੰ ਅਲਟਰਾ ਰਿਚਨੈਸ ਕਿਹਾ ਜਾਂਦਾ ਹੈ, ਜੇ ਉਸ ਪਾਸੇ ਨੂੰ ਬੰਦਾ ਦੌੜੇਗਾ ਤਾਂ ਡੈਫੀਨੇਟਲੀ ਚਿੰਤਾਵਾਂ ਵਧਣਗੀਆਂ, ਚਿੰਤਾਵਾਂ ਘਟਣਗੀਆਂ ਨੇ। ਬੰਦੇ ਦੀਆਂ ਲੋੜਾਂ ਥੋੜਾਂ ਦੀ ਪੂਰਤੀ ਹੋਣੀ ਚਾਹੀਦੀ ਹੈ, ਪਰ ਬੰਦੇ ਦਾ ਇੱਕ ਮਿਸ਼ਨ ਇਹ ਬਣ ਜਾਏ ਕਿ ਜਸਟ ਵੈਲਥ ਐਂਡ ਕੈਪੀਟਲ ਹੀ ਅਟੇਨ ਤੇ ਅਰਨ ਕਰਨਾ ਆ। ਫਿਰ ਉਹਦੇ ਨਾਲ ਜਿਹੜਾ ਪੀਸ ਆਫ ਮਾਈਂਡ ਆ ਉਹ ਆਪਣੇ ਆਪ ਹੀ ਲੋਸਟ ਹੋ ਜਾਏਗਾ, ਕਿਉਂਕਿ ਉਹਦਾ ਵਿਜ਼ਨ ਹੀ ਬਦਲ ਗਿਆ ਆ, ਉਹਦਾ ਮਿਸ਼ਨ ਹੀ ਬਦਲ ਗਿਆ ਆ। ਇਸ ਬਾਬਤ ਅੱਜ ਦੇ ਤੁਸੀਂ ਅਲਟਰਾ ਰਿਚਸ ਨੂੰ ਸਾਰਿਆਂ ਨੂੰ ਦੇਖ ਸਕਦੇ ਹੋ ਬੜੇ ਧਿਆਨ ਦੇ ਨਾਲ ਕਿ ਮਹਾਰਾਜ ਦੀ ਬਾਣੀ ਦਾ ਬਚਨ ਕਿ ਸੁਖ ਨਾ ਹੀ ਬਹੁਤਾ ਤਨ ਖਾਟੈ, ਸੁਖ ਨਾ ਹੀ ਪੇਖੈ ਨਿਤ ਨਾਟੈ, ਬਹੁਤਾਇਤ ਧਨਤਾ ਦੇ ਪਾਤਰ ਬਣ ਜਾਣਾ, ਬਹੁਤ ਧਨਤਾ ਨੂੰ ਮਲਕੀਅਤ ਵਿੱਚ ਲੈ ਲੈਣਾ, ਇਹ ਕੋਈ ਬੰਦੇ ਨੂੰ ਆਤਮਿਕ ਸੁੱਖ ਪ੍ਰਾਪਤ ਨਹੀਂ ਕਰਾਉਂਦਾ, ਜਾਂ ਇੰਝ ਕਹਿ ਲਓ ਕਿ ਇਹਨੂੰ ਪੀਸ ਆਫ ਮਾਈਂਡ ਨਹੀਂ ਪ੍ਰੋਵਾਈਡ ਕਰਦਾ, ਬਲਕਿ ਇਹਦੇ ਨਾਲ ਤੇ ਹੋਰ ਬਹੁਤ ਸਾਰੀਆਂ ਦਿੱਕਤਾਂ ਮੁਸੀਬਤਾਂ ਵੱਧ ਜਾਂਦੀਆਂ ਨੇ। ਸਾਡੇ ਕੈਨੇਡਾ ਦੇ ਵਿੱਚ ਵਨ ਆਫ ਦਾ ਵੈਲਥੀਐਸਟ ਐਂਡ ਰਿਚੈਸਟ ਫੈਮਿਲੀ ਰੋਜਰਸ, ਜਿਨ੍ਹਾਂ ਨੇ ਪੂਰੀ ਦੀ ਪੂਰੀ ਜਿਹੜੀ ਹੈ ਟੈਲੀਵਿਜ਼ਨ ਰਿਲੇਟਡ ਇੰਡਸਟਰੀ ਤੇ ਪੂਰੀ ਇਸ ਸਾਰੇ ਇਨਫਰਾਸਟਰਕਚਰ ਨੂੰ ਆਲਮੋਸਟ ਇੱਕ ਤਰ੍ਹਾਂ ਦੀ ਮੋਨੋਪੋਲੀ ਦੇ ਅੰਡਰ ਲਿਆਂਦਾ ਅਤੇ ਵੱਡੇ ਲੈਵਲ 'ਤੇ ਜਾਇੰਟ ਬਣੇ, ਸਭ ਚੀਜ਼ਾਂ ਹੋਈਆਂ। ਅਤੇ ਹੁਣ ਰੀਸੈਂਟਲੀ ਇੱਕ ਪੂਰਾ ਫੈਮਿਲੀ ਦਾ ਸੋਪ ਓਪਰਾ ਚੱਲ ਰਿਹਾ, ਜਿਹੜੇ ਲੋਕ ਥੋੜ੍ਹਾ ਬਹੁਤ ਨਿਊਜ਼ ਨੂੰ ਸੁਣਦੇ ਆ, ਇਹਦੇ ਬਾਰੇ ਅਵੇਅਰ ਹੈਗੇ, ਉਹਨਾਂ ਨੂੰ ਅਹਿਸਾਸ ਹੋਏਗਾ ਇਸ ਗੱਲ ਦਾ, ਅਤੇ ਸਾਰੇ ਦੇ ਥਰੂ ਜਾਣਾ ਪੈ ਰਿਹਾ ਹੈ। ਇੱਕ ਆਰਡੀਨਰੀ ਹਾਊਸ ਹੋਲਡ ਦੇ ਵਿੱਚ ਵੀ ਇਹੋ ਜਿਹੇ ਇਸ਼ੂਜ਼ ਹੁੰਦੇ ਨੇ, ਪਰ ਇਸ ਲੈਵਲ 'ਤੇ ਬੰਦਾ ਕਿ ਸਰਮਾਇਆ ਹੀ ਸਭ ਕਾਸੇ ਨੂੰ ਬੰਦੇ ਨੂੰ ਸ਼ਾਂਤੀ ਦੇ ਦੇ, ਟਿਕਾ ਦੇ ਦੇ, ਐਸਾ ਕੁਛ ਨਹੀਂ ਹੈਗਾ। ਇਹ ਅਹਿਸਾਸ ਬਾਬਾ ਜੀ ਵਾਰ-ਵਾਰ ਬਾਣੀ 'ਚ ਦੇ ਰਹੇ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਫਿਰ ਕਿਹਾ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ। ਥੋਰੀ ਹੋਣਾ, ਆਪਣੀਆਂ ਲੋੜਾਂ ਦੀ ਵੀ ਪੂਰਤੀ ਨਾ ਕਰ ਸਕਣਾ, ਗੁਰਬਤ, ਗਰੀਬੀ। ਅੱਜ ਹੀ ਮੈਂ CBC ਤੇ ਇਥੋਪੀਆ ਬਾਰੇ ਸੁਣ ਰਿਹਾ ਸੀਗਾ, ਕੁਝ ਹੋਰ ਇਸ ਕਿਸਮ ਦੇ ਜਿਹੜਾ ਹੈਗਾ ਏਰੀਆਜ਼ ਮੁਬਾਲਿਕ, ਜਿੱਥੇ ਡਿਊ ਟੂ ਹੰਗਰ, ਡਿਊ ਟੂ lack of resources, people are involved in street fighting and all that, and massive level ਤੇ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਉਹ ਭਟਕਦਾ ਫਿਰਦਾ, ਉਹਦੀ ਹਾਲਤ ਤੇ ਬਿਲਕੁਲ ਪੇਤਲੀ ਹੋ ਗਈ। ਇਸੇ ਕਰਕੇ ਬਾਣੀ ਨੇ ਵੀ ਕਿਹਾ ਭੁੱਖੇ ਭਗਤ ਨ ਕੀਜੈ ਜਾਂ ਮਾਲਾ ਆਪਣੀ ਲੀਜੈ। ਭਾਈ ਗੱਲ ਇਹ ਹੈ, ਅੰਨ ਅਨਾਜ ਦੀ ਲੋੜ ਬੰਦੇ ਦੀ ਬੁਨਿਆਦੀ ਲੋੜ ਆ, ਅਤੇ ਇਸ ਬਾਬਤ ਗੁਰੂ ਸਾਹਿਬ ਨੇ ਦੇਗਾਂ ਚਲਾਈਆਂ, ਲੰਗਰਾਂ ਦੀ ਸੇਵਾ ਜਿਹੜੀ ਹੈ ਪ੍ਰੋਵਾਈਡ ਕੀਤੀ, ਅਤੇ ਮਨੁੱਖ ਨੂੰ ਅਟੋਨਮੀ ਦਿੱਤੀ, ਉਸ ਨੂੰ ਕਿਰਤੀ ਬਣਾਇਆ, ਕਿਰਤ ਦੀ ਮਲਕੀਅਤ ਦਿੱਤੀ। ਮੈਨੂੰ ਯਾਦ ਆ ਜੇ ਆਪਾਂ ਜਿਵੇਂ ਰਚਨਾ ਸੂਰਜ ਪ੍ਰਕਾਸ਼ ਆਇਆ, ਉਸ ਕਿਸਮ ਦੀ ਤਵਾਰੀਖੀ ਰੰਗਾਂ 'ਚ ਚਲੇ ਜਾਈਏ, ਅਤੇ ਇੱਕ ਜਗ੍ਹਾ ਤੋਂ 'ਚ ਪੂਰਾ ਬ੍ਰਿਤਾਂਤ ਆਉਂਦਾ ਕਿ ਗੁਰੂ ਸਾਹਿਬ ਕਰਤਾਰਪੁਰ ਵਸਾ ਰਹੇ ਨੇ। ਕਰਤਾਰਪੁਰ ਦੀ ਜ਼ਮੀਨ 'ਤੇ ਲੋਕਾਂ ਨੂੰ ਬਾਹਰੋਂ ਲਿਆ ਕੇ ਵਸਾਇਆ ਜਾ ਰਿਹਾ, ਇੱਕ ਨਗਰ ਵੱਜ ਰਿਹਾ, ਉੱਥੇ ਮੋੜੀ ਗੱਡੀ ਹੈ ਨਗਰ ਦੀ। ਅਤੇ ਜੋ ਬਾਹਰੋਂ ਲੋਕ ਆਉਂਦੇ, ਕਿਉਂਕਿ ਜੋ ਪੰਜਾਬ ਦੇ ਵਿੱਚ ਕਲਚਰ ਸੀਗਾ ਉਹ ਇੱਕ ਫਿਊਡਲ ਕਲਚਰ ਸੀਗਾ, ਜਗੀਰਦਾਰੀ ਪ੍ਰਪਾਰਟੀ ਦੇ ਵਿੱਚ। ਜਗੀਰਾਂ ਜਿਹਦੀ ਰਿਆਸਤ ਹੁੰਦੀ, ਜਿਹੜਾ ਬਾਦਸ਼ਾਹ ਹੁਕਮਰਾਨ ਬਣਦਾ, ਉਹ ਆਪਣੇ ਮਨਪਸੰਦ ਦੇ ਲੋਕਾਂ ਨੂੰ ਜਗੀਰਾਂ ਕੱਟ ਕੇ ਦਿੰਦਾ। ਉਹ ਜਗੀਰਾਂ ਪਟੇ ਦੇ ਰੂਪ ਵਿੱਚ ਹੁੰਦੀਆਂ, ਅਤੇ ਉਹਦੇ ਇਵਜ ਵਿੱਚ ਉਹਦੇ ਵਾਸਤੇ ਕੁਝ ਫੌਜ ਤਿਆਰ ਕਰਦੇ, ਕੁਝ ਉਹਨੂੰ ਸਰਮਾਇਆ ਦਿੰਦੇ। ਇਸ ਕਿਸਮ ਦੇ ਨਾਲ ਲੋੜਾਂ ਹੁੰਦੀਆਂ। ਜਗੀਰਦਾਰ ਅਗਾਂ ਆਪਣੀਆਂ ਜਗੀਰਾਂ ਦੇ ਉੱਤੇ ਖੇਤੀ ਵਾਹੁਣ ਵਾਲੇ, ਕਰਨ ਵਾਲੇ ਬੰਦੇ ਜਿਹੜੇ ਸੀ, ਉਹ ਜਾਂ ਮੁਜਾਰੇ ਰੱਖਦੇ ਜਾਂ ਮੋਰੂਸੀ, ਉਹਨਾਂ ਨੂੰ ਰੱਖਿਆ ਜਾਂਦਾ। ਮੁਜਾਰਿਆਂ ਨਾਲ ਹਿੱਸੇਦਾਰੀ ਹੁੰਦੀ, ਮੋਰੂਸੀ ਦੀ ਜਿਵੇਂ ਅਸੀਂ ਲੀਜ਼ 'ਤੇ ਦੇਣ ਵਾਲੇ ਠੇਕੇਦਾਰ ਕਹਿ ਦਿੰਦੇ ਹਾਂ, ਇਸ ਰੂਪ ਦੇ ਵਿੱਚ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਰੱਖੇ ਜਾਂਦੇ। ਉਹ ਸਹੀ ਰੂਪ ਵਿੱਚ ਦੇਖਿਆ ਜਾਏ ਤਾਂ ਜਗੀਰਦਾਰਾਂ ਦੇ ਖਿਦਮਤਕਾਰ ਹੁੰਦੇ, ਜਾਂ ਹੋਰ ਇਹਨੂੰ ਇਸ ਤਰ੍ਹਾਂ ਕਹਿ ਲਓ ਕਿ ਉਹਨਾਂ ਦੇ ਇੱਕ ਤਰ੍ਹਾਂ ਦੇ ਨਾਲ ਮਤਲਬ ਬਿਨਾਂ ਪੇਡ
ਨੌਕਰ ਕਹਿ ਲਓ ਉਸ ਰੂਪ ਦੇ ਅੰਦਰ। ਖੈਰ ਬਾਬਾ ਜੀ ਜਦੋਂ ਨਗਰ ਵਸਾਉਣ ਲੱਗੇ ਤਾਂ ਬਾਬਾ ਜੀ ਆਵਾਜ਼ ਦਿੰਦੇ ਭਾਈ ਇੱਥੇ ਆ ਕੇ ਕਿਰਤੀਆਂ ਦਾ ਵਸੇਬਾ ਕਰਨਾ ਆ। ਤੇ ਵੱਡਾ ਹਿੱਸਾ ਬਾਬਾ ਜੀ ਨੇ ਆ ਕੇ ਪੁੱਛਦਾ ਕਿ ਬਾਬਾ ਜੀ ਤੁਸੀਂ ਨਵੇਂ ਮਜਾਰੇ ਲੱਭ ਰਹੇ ਹੋ? ਬਾਬਾ ਜੀ ਕਹਿੰਦੇ ਨਹੀਂ ਮਜਾਰੇ ਨਹੀਂ ਚਾਹੀਦੇ। ਫਿਰ ਮਰੂਸੀ ਲੱਭ ਰਹੇ ਹੋ? ਬਾਬਾ ਜੀ ਉਹ ਵੀ ਨਹੀਂ ਚਾਹੀਦੇ। ਉਹਨਾਂ ਆਖਿਆ ਫਿਰ ਕੀ ਲੱਭ ਰਹੇ ਹੋ? ਬਾਬਾ ਜੀ ਕਹਿੰਦੇ ਕਿਰਤੀ ਲੱਭ ਰਹੇ ਜਿਹੜੇ ਵਸਣਗੇ ਇੱਥੇ ਆ ਕੇ। ਹੁਣ ਇਹ ਕੌਨਸੈਪਟ ਉਹਨਾਂ ਨੂੰ ਸਮਝ ਨਹੀਂ ਆਉਂਦਾ, ਕਿਉਂਕਿ ਜਿਹੜਾ ਕਿਰਤੀ ਕੌਨਸੈਪਟ ਆ ਇਹ ਉਸ ਵਕਤ ਭਾਰਤੀ ਖਿੱਤੇ ਦੇ ਵਿੱਚ ਤੇ ਪੂਰੇ ਸਾਊਥ ਏਸ਼ੀਅਨ ਖਿੱਤੇ 'ਚ ਨਵਾਂ ਸੀਗਾ। ਜਿਹੜਾ ਉੱਥੇ ਟਰਮਨੋਲੋਜੀ ਯੂਜ਼ ਕੀਤੀ ਜਾਂਦੀ ਸੀ ਉਹ ਸੀ ਕੰਮੀ, ਤੇ ਕੰਮੀ ਨੂੰ ਬਹੁਤ ਨੀਵਾਂ ਮੰਨਿਆ ਗਿਆ। ਕੰਮੀ ਕੰਮ ਕਰਨ ਵਾਲਾ, ਤੇ ਕੰਮ ਕਰਨ ਵਾਲਾ ਤੇ ਬੜਾ ਮਾੜਾ। ਉੱਥੇ ਮਤਲਬ ਅਜੇ ਤੱਕ ਵੀ ਪੰਜਾਬ ਦੇ ਲੋਕਾਂ ਦੀ ਜ਼ਬਾਨ ਤੇ ਗੱਲ ਹੈ ਫਲਾਣਾ ਕੰਮੀ ਹੈ। ਕੰਮੀ ਮੇਰੇ ਕੰਮ ਕਰਨ ਵਾਲਾ। ਕੰਮ ਕਰਨਾ ਕੌਣ ਦਾ ਮਾੜਾ ਹੋ ਗਿਆ? ਕੰਮ ਕਰਨਾ ਤੇ ਬੜੀ ਵੱਡੀ ਵਧੀਆ ਗੱਲ ਹੈ, ਪਰ ਉਹਦੇ 'ਚ ਰੀਜ਼ਨ ਇਹ ਆ ਕਿ ਜੋ ਉਸ ਬ੍ਰਾਹਮਣਿਜ਼ਮ ਦੇ ਵਿੱਚ ਬੰਦਾ ਦੀ ਸੁਰਤ 'ਚ ਪਾਇਆ ਗਿਆ ਉਹ ਸਾਰੇ ਦੇ ਅੰਦਰ ਉਹ ਸਵਰਨ ਤੋਂ ਲੈ ਕੇ ਤੋਂ ਕੈਟੇਗਰਾਈਜ਼ ਕਰਦਿਆਂ ਹੋਇਆਂ ਲੋਅਰ ਲੈਵਲ ਦੇ ਲੋਕ ਜਿਹੜੇ ਪਸੀਨੇ ਦਾ ਕੰਮ ਕਰਦੇ, ਜਿਨ੍ਹਾਂ ਨੂੰ ਕੰਮ ਕਰਕੇ ਪਸੀਨਾ ਆਉਂਦਾ, ਜਿਹੜੇ ਮਿੱਟੀ ਦੇ ਨਾਲ ਇਹਨਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਮਜ਼ਦੂਰੀ ਰੂਪ ਦੇ 'ਚ ਉਸ ਲੈਵਲ 'ਤੇ ਲਟਕ ਜਾਂਦੇ। ਸੋ ਇਹ ਸਾਰੇ ਨੂੰ ਬਾਬਾ ਜੀ ਨੇ ਉਹਨਾਂ ਕਿਹਾ ਵੀ ਤੁਸੀਂ ਕੰਮ ਹੀ ਕਰਾਉਣਾ। ਬਾਬਾ ਜੀ ਕਹਿੰਦੇ ਨੇ ਕਿਰਤ ਕਰਾਉਣੀ ਹੈ। ਕਿਰਤ ਦੇ ਵਿੱਚ ਕਿਸੇ ਦੀ ਮਲਕੀਅਤ ਆ, ਆਟੋਨਮੀ ਹੈ। ਜੇ ਆਪਾਂ ਦੇਖੀਏ ਨਾ ਤੇ ਜਿਹੜਾ ਫਾਰਮਰ ਸਟਰਗਲ ਸਾਰੀ ਕਰ ਰਹੇ ਸਾਰੇ ਦੀ ਸਾਰੀ ਐਕਚੁਅਲੀ ਕਿਰਤੀ ਦਾ ਤਸੱਵੁਰ ਕੱਢਿਆ ਜਾ ਰਿਹਾ ਵਿੱਚੋਂ। ਜਸਟ ਜਿਹਨੂੰ ਅੱਜ ਦਾ ਬੜਾ ਅਸੀਂ ਕਹਿ ਲਓ ਕਿ ਗਲੈਮਰਾਈਜ਼ ਤੇ ਸਫਿਸਟੀਕੇਟਡ ਵਰਡ ਯੂਜ਼ ਕੀਤਾ ਜਾਂਦਾ ਹੈ, ਇੰਪਲੋਇਮੈਂਟ, ਉਸ ਨੂੰ ਜਿਹੜਾ ਹੈਗਾ ਇਹ ਚੀਜ਼ਾਂ ਬੂਸਟ ਕਰਨਗੀਆਂ ਆਉਂਦੇ ਸਮੇਂ 'ਚ। ਡੈਫੀਨੇਟਲੀ ਲੋਕ ਨੌਕਰ ਬਣ ਜਾਣਗੇ, ਜੇ ਹੋਰ ਫਰਦਰ ਚਾਹੀਏ ਤੇ ਕੰਮੀ ਬਣ ਜਾਣਗੇ। ਜਿਹੜਾ ਕਿਰਤ ਦਾ ਤਸੱਵੁਰ ਹੈ ਇਹਦੇ 'ਚ ਆਟੋਨਮੀ ਹੈ, ਇਹਦੇ 'ਚ ਬੰਦਾ ਆਪਣੇ ਕੀਤੀ ਹੋਈ ਮੁਸ਼ੱਕਤ ਮਿਹਨਤ ਦਾ ਆਪ ਮਾਲਕ ਬਣਦਾ ਆ। ਉਸ ਨੂੰ ਇੱਕ ਆਜ਼ਾਦੀ ਮਿਲਦੀ ਹੈ ਉਸ ਜਗ੍ਹਾ ਦੇ ਵਿੱਚ ਜਿੱਥੇ ਉਹ ਆਪਣੇ ਆਪ ਨੂੰ ਸਥਾਪਿਤ ਕਰ ਸਕਦਾ ਆ। ਸੋ ਸਾਹਿਬ ਮਹਾਰਾਜ ਨੇ ਕਿਰਤੀਆਂ ਦਾ ਤਸੱਵੁਰ ਲਿਆਂਦਾ, ਤੇ ਉਹਦੇ 'ਚ ਐਗਜ਼ਾਮਪਲ ਜਿਹੜੀ ਮੈਂ ਦੇਣ ਲੱਗਾ ਸੀਗਾ ਕਿ ਬਾਬਾ ਜੀ ਨੇ ਪਹਿਲੀ ਜਿਹੜੀ ਫਸਲ ਲਾਈ ਉਹ ਝੋਨੇ ਤੇ ਮਕਈ ਦੀ ਸੀ, ਕਿਉਂਕਿ ਜਿਹੜੀ ਸਾਉਣੀ ਦੀ ਫਸਲ ਹੁੰਦੀ ਹੈ। ਸੋ ਮਕਈ ਦੀ ਫਸਲ ਆਪ ਦੇਖਦੇ ਹੋ ਕਿ ਉਹ ਜਦੋਂ ਪੱਕਣ 'ਤੇ ਆਉਂਦੀ ਹੈ ਤਾਂ ਉਸ ਨੂੰ ਟਰਡੀਸ਼ਨਲ ਵੇ ਦੇ ਨਾਲ ਇਕੱਠੀ ਨੂੰ ਪੂਰੇ ਦੇ ਪੂਰੀ ਜਿਹੜੀ ਉਹਦੀ ਹਾਰਵੈਸਟਿੰਗ ਹੁੰਦੀ ਹੈ, ਪੂਰਾ ਪਲਾਂਟ ਹੁੰਦਾ, ਉਹਨੂੰ ਕੱਟ ਕੇ ਇੱਕ ਤਰ੍ਹਾਂ ਦੇ ਨਾਲ ਜੁਆਇੰਟ ਰੂਪ ਦੇ ਵਿੱਚ ਪੂਲਾ ਬੰਨ੍ਹ ਦਿੱਤਾ ਜਾਂਦਾ ਹੈ, ਅਤੇ ਫਿਰ ਉਹ ਪੂਲੇ ਬੰਨ੍ਹ ਕੇ ਉਹਨਾਂ ਦੇ ਛੋਟੇ ਛੋਟੇ ਕੁੱਪ ਲਾ ਦਿੱਤੇ ਜਾਂਦੇ ਨੇ। ਕਹਿੰਦੇ ਨੇ ਬਾਬਾ ਜੀ ਨੇ ਇਹ ਉਹਨਾਂ ਕਿਰਤੀਆਂ ਦੇ ਨਾਲ ਜਿਹੜੇ ਨਗਰ 'ਚ ਆ ਕੇ ਵਸੇਬਾ ਕਰਦੇ ਨੇ ਕਰਵਾ ਦਿੱਤਾ। ਉਸ ਤੋਂ ਬਾਅਦ ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਕਿਰਤ ਤੁਹਾਡੀ ਹੈ, ਮਲਕੀਅਤ ਤੁਸੀਂ ਰੱਖਦੇ ਹੋ ਇਹਦੀ। ਬਾਬਾ ਜੀ ਇੱਕ ਜਗ੍ਹਾ 'ਤੇ ਜਾ ਕੇ ਜਦੋਂ ਇਹਨੂੰ ਪੰਜਾਬੀ 'ਚ ਕੜਬਾ ਕਿਹਾ ਜਾਂਦਾ, ਜੇ ਆਮ ਭਾਸ਼ਾ 'ਚ ਤੁਸੀਂ ਦੇਖੋ ਤੇ ਇਹ ਜੋ ਕੜਬਾ ਸੀ, ਕੜਬੀ ਸੀ, ਕੁਝ ਇਲਾਕੇ 'ਚ ਐਵੇਂ ਕਹਿੰਦੇ, ਉਹ ਸਾਰਾ ਇਕੱਠਾ ਕਰਾਇਆ, ਅਤੇ ਇਕੱਠਾ ਕਰਾ ਕੇ ਬਾਬਾ ਜੀ ਜਦੋਂ ਸੁੱਕ ਗਿਆ, ਬਾਬਾ ਜੀ ਕਹਿੰਦੇ ਹੁਣ ਇਹਨੂੰ ਅੱਗ ਲਾ ਦਿਓ। ਉਹ ਕਹਿਣ ਲੱਗੇ ਮਹਾਰਾਜ ਕੀ ਗੱਲ ਕਰ ਰਹੇ ਹੋ, ਤੁਸੀਂ ਤਾਂ ਕਿਹਾ ਸੀ ਮਲਕੀਅਤ ਹੀ ਸਾਡੀ ਹੈ, ਅਸੀਂ ਤਾਂ ਕੋਈ ਐਵੇਂ ਬੱਚੇ ਨਹੀਂ ਪਾਲਦਾ ਜਿਵੇਂ ਫਸਲ ਪਾਲੀ ਅਸੀਂ ਨਹੀਂ ਚਲਾ ਸਕਦੇ ਬਿਲਕੁਲ ਵੀ। ਹਾਲਾਂਕਿ ਜਦੋਂ ਅਸੀਂ ਇੰਸਟੀਟਿਊਸ਼ਨ ਗੁਰਮਤਿ ਇੰਸਟੀਟਿਊਸ਼ਨ 'ਚ ਪੜ੍ਹ ਰਹੇ ਹਾਂ ਅਤੇ ਸਾਡੇ ਪ੍ਰੋਫੈਸਰ ਸਾਨੂੰ ਪੜ੍ਹਾ ਰਹੇ ਨੇ, ਅਤੇ ਅਸੀਂ ਉਹ ਸਾਨੂੰ ਦੱਸ ਰਹੇ ਨੇ, ਅਤੇ we were argument actually doing argument on it. Professor ਸਾਹਿਬ how can you say that? ਬਾਬਾ ਨਾਨਕ ਜੀ ਨਹੀਂ ਕਹਿ ਸਕਦੇ, ਇਹ ਸੰਤੋਖ ਸਿੰਘ ਨੇ ਕੋਲੋਂ ਲਿਖ ਦਿੱਤਾ ਹੋਣਾ। ਅਸੀਂ ਇਸ ਕਿਸਮ ਦਾ ਆਰਗੂਮੈਂਟ ਕਰਦੇ ਉਹਨਾਂ ਨਾਲ। ਉਹ ਮੁਸਕਰਾਏ, ਹੱਸ ਪਏ, ਹੱਸ ਕੇ ਕਹਿਣ ਲੱਗੇ ਠੀਕ ਹੈ, ਕਈ ਵਾਰੀ ਚੀਜ਼ਾਂ ਨਹੀਂ ਸਮਝ ਆਉਂਦੀਆਂ। ਕਹਿੰਦੇ ਗੱਲ ਇਹ ਹੈ ਕਿ ਅੱਜ ਕੋਈ ਗੁਰੂ ਦੇ ਹੁਕਮ 'ਤੇ ਪਹਿਰਾ ਦੇ ਕੇ ਗੁਰੂ ਦੀ ਦਿੱਤੀ ਜ਼ਮੀਨ 'ਤੇ ਉੱਗੀ ਫਸਲ ਉਸ ਨੂੰ ਅੱਗ ਲਾਉਣ ਲਈ ਤਿਆਰ ਨਹੀਂ ਗਾ। ਵਕਤ ਐਸਾ ਨਹੀਂ ਰਹਿਣਾ, ਇੱਕ ਦਿਨ ਵਕਤ ਉਹ ਵੀ ਆਉਣਾ ਜਿੱਦਣ ਗੁਰੂ ਦੀ ਪਾਵਨ ਮਡੋਲੀ ਨੂੰ ਚੱਕ ਕੇ ਆਪਣੇ ਘਰ ਲਿਜਾ ਕੇ ਘਰ ਨੂੰ ਅੱਗ ਲਾਉਣੀ ਪੈਣੀ ਹੈ। ਜੇ ਅੱਜ ਇੰਨਾ ਨਹੀਂ ਹੋ ਸਕਦਾ, ਕੱਲ ਨੂੰ ਉਹ ਨਹੀਂ ਹੋ ਸਕੇਗਾ। ਇਹ ਤਿਆਰੀ ਹੈ ਅਸਲ ਦੇ ਵਿੱਚ। ਇਹ ਹੈ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈ ਹੈ। ਗੁਰੂ ਟ੍ਰੇਨਿੰਗ ਦੇ ਰਿਹਾ ਇੱਕ, ਇਸ ਡੈਡੀਕੇਸ਼ਨ ਵਿੱਚੋਂ ਨਿਕਲਣਗੇ, ਨਹੀਂ ਤੇ ਘਰ ਤੇ ਮੁਗਲ ਰੋਜ਼ ਫੂਕਦੇ ਨੇ ਆ ਕੇ, ਫਸਲਾਂ ਤੇ ਮੁਗਲ ਰੋਜ਼ ਲੁੱਟਦੇ ਨੇ ਆ ਕੇ। ਜਿਹੜਾ
ਗੁਰੂ ਦੇ ਆਖੇ ਲੱਗ ਕੇ ਇਸ ਲੈਵਲ ਤੇ ਤਿਆਰ ਹੋ ਜਾਏਗਾ, ਪਹਿਲਾਂ ਮਰਨ ਕਬੂਲ, ਇਹ ਕੋਈ ਸਿਰਫ ਫਿਜ਼ੀਕਲ ਡੈਥ ਦੀ ਇਕੱਲੇ ਦੀ ਗੱਲ ਨਹੀਂ ਹੋ ਰਹੀ। ਜਦੋਂ ਬੰਦਾ ਉਸ ਐਕਸਟੈਂਡ ਤੱਕ ਤੁਰ ਜਾਏਗਾ, ਫਿਰ ਕੋਈ ਵੀ ਫੋਰਸ ਤੁਹਾਨੂੰ ਆ ਕੇ ਹਰਾ ਨਹੀਂ ਸਕਦੀ। ਹਾਂ, ਗੱਲ ਸਮਝ ਆ ਗਈ। ਐਕਚੁਅਲੀ ਇਹ ਉਸ ਲੈਵਲ ਤੇ ਬਾਤ ਹੋ ਰਹੀ ਹੈ। ਪਰ ਇਹਦੇ 'ਚ ਜਿਹੜੀ ਮੌਲਿਕ ਗੱਲ ਮੈਂ ਬੇਨਤੀ ਕਰ ਰਿਹਾ ਹਾਂ ਕਿ ਜਿਸ ਗ੍ਰਹਿ ਥੋਰੀ, ਜਿਹਦੇ ਘਰ ਹੈ ਹੀ ਨਹੀਂ ਕਿ ਉਹਨੇ ਅੱਗ ਕਿੱਥੋਂ ਲਾਉਣੀ ਹੈ, ਉਹਨੇ ਘਰ ਕਿੱਥੋਂ ਸਾੜ ਦੇਣਾ, ਜਿਨ੍ਹਾਂ ਦੇ ਟਾਂਡੇ ਚੱਲਣਗੇ ਏਡੇ ਏਡੇ ਵੱਡੇ, 900 ਗੱਡਾ ਚੱਲ ਰਿਹਾ, ਜਿਨ੍ਹਾਂ ਕੋਲ ਸਰਕਾਰੀ ਟੈਂਡਰ ਪੂਰੇ ਦੇ ਪੂਰੇ, ਜਿਨ੍ਹਾਂ ਦੇ ਕੋਲ ਨੇ ਪੂਰੇ ਦੇ ਪੂਰੇ ਉਸ ਵਕਤ ਦੀ ਜਿਹੜੀ ਹੈ ਸਾਰੀ ਲਿਟੀਗੇਸ਼ਨ ਕਰਨ ਦੇ ਤੇ ਸਾਰੇ ਦੀ ਸਾਰੀ ਲੌਜਿਸਟਿਕਸ ਦਾ ਕਾਰੋਬਾਰ ਸੰਭਾਲਣ ਦੇ ਸਭ ਰੂਪਾਂ ਦੇ ਵਿੱਚ, ਉਹੀ ਲੋਕ ਕੋਈ ਕੰਟਰੀਬਿਊਟ ਕਰਨਗੇ। ਆਮ ਅਦਨਾ ਆਦਮੀ ਕੀ ਕੰਟਰੀਬਿਊਟ ਕਰੇਗਾ? ਸੋ ਬਾਬਾ ਜੀ ਨੇ ਇਹ ਕਿਹਾ ਕਿ ਜਿਹੜੇ ਰਿਸੋਰਸਿਸ ਨੇ ਇਹਨਾਂ ਦੀ ਤੰਗੀ ਵੀ ਨਹੀਂ ਹੋਣੀ ਚਾਹੀਦੀ ਬੰਦੇ ਨੂੰ। ਹਾਂ, ਅਲਟੀਮੇਟ ਜਿਹੜਾ ਏਮ ਆ ਸਾਡਾ ਉਹ ਸਿਰਫ ਸਰਮਾਏਦਾਰੀ ਨਹੀਂ ਗਾ, ਪਰ ਇਹ ਵੀ ਨਹੀਂ ਗਾ ਕਿ ਬੰਦਾ ਜੀਵਨ ਦੀਆਂ ਲੋੜਾਂ ਥੋੜ੍ਹਾਂ ਵੀ ਨਾ ਪੂਰੀਆਂ ਕਰ ਸਕੇ। ਨਾ, ਬੰਦੇ ਕੋਲ ਇਹਨਾਂ ਤੇ ਹੋਣਾ ਚਾਹੀਦਾ। ਪੀਸ ਆਫ ਮਾਈਂਡ, ਮੈਂ ਕਿਹਾ ਇਟਸ ਏ ਕੰਪੋਨੈਂਟ, ਇਹਦੇ 'ਚ ਹਰ ਚੀਜ਼ ਰੋਲ ਪਲੇ ਕਰਦੀ ਹੈ। ਫਾਈਨੈਂਸ, ਸੰਸਾਰ ਦੀ ਜਿਹੜੀ ਵੈਲਥ ਦਾ ਪੱਖ ਆ, ਇਹ ਵੀ ਲੈ ਲਓ ਇੱਕ ਲੈਵਲ 'ਤੇ। ਫਿਰ ਇਕੱਲਾ ਇਹ ਨਹੀਂ ਗਾ, ਇਹਦੇ ਨਾਲ ਆਰ ਪਰਿਵਾਰ ਵੀ ਹੈ। ਫਿਰ ਇਸ ਤੋਂ ਬਾਅਦ ਬੰਦੇ ਦੇ ਆਪਣੇ ਜੀਵਨ ਦਾ ਇੱਕ ਡਿਸਿਪਲਿਨ ਵੀ ਹੈ। ਇਸ ਪੀਸ ਆਫ ਮਾਈਂਡ ਨੂੰ ਗੁਰੂ ਸਾਹਿਬਾਨ ਕਰਨ ਬੀਤੇ ਗੱਲ ਕਰ ਰਹੇ ਸੀ, ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਪਲਕੇ ਉਠਰ ਨਾਮ ਤੇ ਆਵੇ। ਇਹ ਵੀ ਇੱਕ ਕਨਸੈਪਟ ਹੈ ਵੀ ਬੰਦਾ ਆਪਣੀ ਸਪਿਰਿਚੁਅਲ ਅਪਲਿਫਟਿੰਗ ਵਾਸਤੇ ਐਫਰਟ ਵੀ ਪਾ ਰਿਹਾ ਆ, ਉਹ ਨਿਤਨੇਮੀ ਬਣ ਰਿਹਾ ਆ, ਉਹ ਬਾਣੀ ਪੜ੍ਹ ਰਿਹਾ ਆ, ਉਹ ਮੈਡੀਟੇਸ਼ਨ ਕਰ ਰਿਹਾ, ਇਹੋ ਜਿਹੀਆਂ ਚੀਜ਼ਾਂ ਵੀ ਨਾਲ ਇਨਵੋਲਵ ਹੁੰਦੀਆਂ। ਮਨੋਵਰ ਹੈ ਸਾਰਾ ਕੁਛ, ਇਹ ਸਾਰੇ ਦੇ ਵਿੱਚ। ਗੁਰੂ ਨੂੰ ਮਿਲਣ ਦਾ ਮਤਲਬ ਇਹਨਾਂ ਸਭ ਚੀਜ਼ਾਂ ਦੇ ਉੱਤੇ ਪਹਿਰਾ ਦੇਣਾ ਆ। ਗੁਰੂ ਵਾਲੇ ਹੋਣ ਦਾ ਮਤਲਬ ਜਿਹੜਾ ਗੁਰੂ ਕਾ ਸਿੱਖ ਹੈ ਉਹ ਇਹਨਾਂ ਚੀਜ਼ਾਂ ਨੂੰ ਸਮਝਦਾ, ਉਹ ਸੋਝੀ ਰੱਖਦਾ। ਗੁਰੂ ਇਹ ਸਭ ਚੀਜ਼ਾਂ ਸਿਖਾਉਂਦਾ। ਗੁਰੂ ਦਾ ਸਿੱਖ ਭਾਈ ਲਾਲੋ ਵੀ ਹੈ, ਗੁਰੂ ਕਾ ਸਿੱਖ ਭਾਈ ਦੁਨੀ ਚੰਦ ਵੀ ਹੈ। ਤੁਸੀਂ ਦੇਖੋ, ਗੁਰੂ ਕਾ ਸਿੱਖ ਭਾਈ ਮਨਸੁਖ ਵੀ ਹੈ। ਰਾਜਾ ਸ਼ਿਵਨਾਭ ਵਰਗਾ ਜਿਹਦਾ ਜਿਹੜਾ ਹੈਗਾ ਰੁਤਬੇ ਨੂੰ ਮੰਨਦਾ, ਐਡਾ ਵੱਡਾ ਸੌਦਾਗਰ ਬੇੜੇ ਲੈ ਕੇ ਜਾਂਦਾ, ਜਿਹਨੂੰ ਰਾਜਾ ਸ਼ਿਵਨਾਭ ਉਠਾ ਨਹੀਂ ਸਕਦਾ। ਉਹ ਸਰਕਾਰੀ ਵਰਤ ਰੱਖਦਾ ਤੇ ਉਹ ਕਹਿੰਦਾ ਵੀ ਕੋਈ ਚੁੱਲ੍ਹਾ ਨਹੀਂ ਬੁਲਾਏਗਾ ਜੇ ਜਲਾਏਗਾ। ਤੇ ਦਿਨ ਚੜ੍ਹਦਾ, ਰਾਜਾ ਸ਼ਿਵਨਾਭ ਦੇ ਉਹਦੀ ਵੱਡੀ ਪੋਟ ਦੇ ਉੱਤੇ ਵੱਡਾ ਬੇੜਾ ਲੱਗਾ ਜਾ ਕੇ ਭਾਈ ਮਨਸੁਖ ਦਾ, ਤੇ ਉਹ ਆਪਣੇ ਜਿਹੜਾ ਹੈਗਾ ਖਾਨਸਾਮੇ ਨੂੰ, ਸ਼ੈਫ ਨੂੰ ਕਹਿ ਲਓ, ਜਿਹੜਾ ਸ਼ਿਪ ਦਾ ਸ਼ੈਫ ਆ ਉਸ ਵਕਤ, ਪੋਟ ਤੇ ਬੇੜਾ ਲੱਗਾ ਆ, ਤੇ ਉਹਨੂੰ ਬੁਲਾਉਂਦਾ ਕਿ ਸਵੇਰ ਦਾ ਟਾਈਮ ਹੋ ਗਿਆ। ਉਸਨੇ ਆਪਣਾ ਗੁਰੂ ਵਾਲਾ ਜੋ ਨੇਮ ਗੁਰੂ ਨੇ ਦੱਸਿਆ ਹੈਗਾ, ਸਵੇਰੇ ਉੱਠ ਕੇ ਕਰਤਾਰ ਦੀ ਆਰਾਧਨਾ ਕੀਤੀ, ਸਤ ਕਰਤਾਰ ਦਾ ਜਾਪ ਹੋਇਆ। ਉਸ ਤੋਂ ਬਾਅਦ ਕਹਿੰਦਾ ਵੀ ਲਿਆਓ, ਛਕਣ ਲਈ ਲਿਆਓ। ਉਹ ਕਹਿੰਦਾ ਜੀ ਅੱਜ ਤੇ ਚੁੱਲ੍ਹਾ ਹੀ ਨਹੀਂ ਬਾਲਿਆ। ਭਾਈ ਮਨਸੁਖ ਜੀ ਕਹਿੰਦੇ ਕਿਉਂ ਨਹੀਂ ਬਾਲਿਆ? ਉਹ ਕਹਿੰਦੇ ਤੁਹਾਨੂੰ ਪਤਾ ਨਹੀਂਗਾ, ਅਸੀਂ ਪੰਜਾਬ ਨਹੀਂ, ਅਸੀਂ ਰਾਜਾ ਸ਼ਿਵਨਾਭ ਦੀ ਨਗਰੀ ਹਾਂ। ਅਸੀਂ ਇੱਥੇ ਲੰਕਾ ਵਿੱਚ, ਜਿਹਨੂੰ ਲੰਕਾ ਕਿਹਾ ਜਾਂਦਾ, ਸ਼੍ਰੀਲੰਕਾ, ਤੇ ਇਸ ਕਰਕੇ ਸਰਕਾਰੀ ਹੁਕਮ ਇਹ ਹੈ ਕਿ ਸਰਕਾਰੀ ਤੌਰ ਤੇ ਵਰਤ ਰੱਖਿਆ ਗਿਆ, ਇਸ ਕਰਕੇ ਉਹ ਅੱਜ ਸਾਰਿਆਂ ਨੇ ਵਰਤ ਹੀ ਰੱਖਣਾ। ਉਹ ਕਹਿੰਦੇ ਰਾਜਾ ਰੱਖੇ ਵਰਤ, ਆਪਣਾ ਰੱਖਦਾ, ਤੁਸੀਂ ਚੁੱਲ੍ਹਾ ਬਾਲੋ, ਆਪਾਂ ਤੇ ਪ੍ਰਸ਼ਾਦਾ ਛਕਣਾ ਆ। ਚੁੱਲ੍ਹਾ ਬਾਲਤਾ, ਆਲੇ ਦੁਆਲੇ ਰੌਲਾ ਪੈ ਗਿਆ। ਰਾਜਾ ਸ਼ਿਵਨਾਭ ਤੱਕ ਗੱਲ ਪਹੁੰਚੀ, ਕਹਿਣ ਲੱਗੇ ਤੂੰ ਮਿੱਤਰ ਕਹਿੰਦਾ, ਬਹੁਤ ਵੱਡਾ ਸੁਦਾਗਰ ਹੈ ਤੇਰਾ ਮਨਸੁਖ ਇੱਥੇ ਆਇਆ, ਭਾਈ ਮਨਸੁਖ ਜੀ ਆਏ ਨੇ ਇੱਥੇ, ਪਰ ਉਹ ਗੱਲ ਇਹ ਬਣੀ ਹੈ ਕਿ ਉੱਥੇ ਸਰਕਾਰੀ ਧਰਮ ਤੋੜਤਾ ਉਹਨਾਂ ਨੇ, ਨੇਮ ਹੀ ਤੋੜਤਾ। ਬੁਲਾਇਆ ਗਿਆ, ਭਾਈ ਮਨਸੁਖ ਜੀ ਆਹ ਕੀ ਕੀਤਾ ਤੁਸੀਂ ਤੇ ਐਲੀਟ ਹੋ, ਤੁਸੀਂ ਤੇ ਵੱਡੇ ਜਿਹੜਾ ਹੈਗਾ ਉਸ ਗਰੁੱਪ ਵਿੱਚ ਆਉਂਦੇ ਹੋ, ਅਸੀਂ ਤੇ ਸਥਾਪਤੀ ਵਾਸਤੇ ਚੀਜ਼ਾਂ ਜਿਹੜੀਆਂ ਨੇ ਉਹ ਸਿਖਾਣੀਆਂ ਨੇ ਉਹਨਾਂ ਵਾਸਤੇ ਤੇ ਇੱਕ ਆਈਡੀਅਲ ਚੀਜ਼ ਹੁੰਦੀ ਹੈ, ਤੁਸੀਂ ਸਰਕਾਰੀ ਵਰਤੀ ਤੋੜਤਾ, ਨੇਮ ਤੋੜਤਾ। ਭਾਈ ਮਨਸੁਖ ਕਹਿੰਦੇ ਕਿ ਆਪਾਂ ਤੇ ਇਸ ਚੀਜ਼ ਨੂੰ ਮੰਨਦੇ ਹੀ ਨਹੀਂ। ਕਹਿਣ ਲੱਗੇ ਹੱਦ ਹੋ ਗਈ, ਇਹ ਤੇ ਰਾਜੇ ਦਾ ਹੁਕਮ ਹੈ। ਕਹਿਣ ਲੱਗੇ ਰਾਜੇ ਦਾ ਹੁਕਮ ਸਰਕਾਰੀ ਹੋਰ ਚੀਜ਼ਾਂ ਵਾਸਤੇ ਹੁੰਦਾ, ਧਰਮ ਤੇ ਨਹੀਂ। ਧਰਮ ਜਿਹੜਾ ਆ ਇਹ ਬੜੀ ਨਿੱਜੀ ਚੀਜ਼ ਆ। ਬਾਕੀ ਗੱਲ ਰਹਿ ਗਈ ਵਰਤ ਰੱਖਣ ਦੀ। ਹਾਂ, ਗੁਰੂ ਨੇ ਮੈਨੂੰ ਵਰਤ ਸਿਖਾਇਆ ਆ, ਮੈਂ ਤੇ ਵਰਤ ਹਰ ਰੋਜ਼ ਰੱਖਦਾ, ਤੂੰ ਤੇ ਅੱਜ ਰੱਖ ਰਿਹਾ। ਕਹਿਣ ਲੱਗੇ ਤੁਸੀਂ ਕੁਝ ਨਹੀਂ ਖਾਂਦੇ ਰੋਜ਼? ਕਹਿੰਦੇ ਨਹੀਂ, ਖਾਣ ਦਾ ਵਰਤ ਨਹੀਂ ਹੈਗਾ। ਅਸੀਂ ਸ਼ਬਦ ਪੜ੍ਹਦੇ ਨਾ, ਅੱਖੀ ਸੂਤਕ ਵੇਖਣਾ, ਪਰਤਰੀਆ ਪੰਤਨ ਰੂਪ, ਕੰਨੀ ਸੂਤਕ ਲਾਏ ਪਹਿਲਾ ਇਤਬਾਰੀ ਖਾਇਓ ਵਾਲਾ ਜਿਹੜਾ ਬਚਨ ਹੈ ਪੂਰਾ ਦਾ ਪੂਰਾ। ਕਿਆ ਇੱਥੇ ਕਿਸੇ ਹੋਰ ਚੀਜ਼ ਦੀ ਸੁਚਮਤਾ ਦੀ ਗੱਲ ਕੀਤੀ ਗਈ ਹੈ? ਮੇਰਾ ਵਰਤ ਹੈ ਅੱਖਾਂ ਨਾਲ ਬੁਰਾ ਨਹੀਂ ਤੱਕਣਾ, ਅੱਖਾਂ ਨਾਲ ਨਜ਼ਰ ਨਾਪਾਕ ਨਹੀਂ ਕਰਨੀ, ਕੰਨਾਂ ਨਾਲ ਚੁਗਲੀ ਨਹੀਂ ਸੁਣਨੀ, ਮੂੰਹ ਨਾਲ ਬੁਰਾ ਨਹੀਂ ਬੋਲਣਾ, ਜੀਵਨ 'ਚ ਇਹੋ ਜਿਹੇ ਵਰਤ ਰੱਖਦਾ ਮੈਂ ਤਾਂ ਰੋਜ਼ ਰੱਖਦਾ। ਇੱਥੇ ਫਿਰ ਰਾਜਾ ਸ਼ਿਵਨਾਭ ਨੇ ਕਿਹਾ ਐਸੇ ਗੁਰੂ ਨੂੰ ਮੈਨੂੰ ਮਿਲਾਏਗਾ? ਆਹ ਤੇ ਗੱਲ ਹੀ ਸੁਣ ਕੇ ਮੈਨੂੰ ਬੜਾ ਉੱਚਾ ਤੇ ਬੜਾ ਸੁੱਚਾ ਜੀਵਨ ਮਹਿਸੂਸ ਹੋ ਰਿਹਾ। ਇਹ ਗੁਰੂ ਦੇ ਸਕਦਾ ਮੈਨੂੰ? ਕਹਿਣ ਲੱਗੇ ਜ਼ਰੂਰ। ਗੁਰੂ ਬੜਾ ਬੇਅੰਤੀ,
ਤੂੰ ਉਹਨੂੰ ਅਰਦਾਸ ਕਰ, ਦਿਲੋਂ ਯਾਦ ਕਰ, ਜ਼ਰੂਰ ਆਵੇਗਾ। ਬਾਕੀ ਮੈਂ ਸੁਨੇਹਾ ਪਹੁੰਚਾਵਾਂਗਾ ਤੇਰਾ। ਭਾਈ ਮਨਸੁਖ ਗੁਰੂ ਨਾਨਕ ਸਾਹਿਬ ਤੱਕ ਸੰਦੇਸ਼ ਲੈ ਕੇ ਗਿਆ। ਬਾਬਾ ਨਾਨਕ ਜੀ ਇਤਨੇ ਬਿਜ਼ੀ ਸਮੇਂ ਦੇ ਵਿੱਚ ਉੱਥੇ ਪਹੁੰਚੇ ਤੇ ਜਾ ਕੇ ਉਸ ਸਮੇਂ ਦੇ ਅੰਦਰ ਮਹਾਰਾਜ ਨੇ ਜਾ ਕੇ ਰਾਜਾ ਸ਼ਿਵਨਾਬ ਨੂੰ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਜੋ ਮਹਾਰਾਜ ਜੀ ਨੇ ਸਿੱਖਿਆ ਦਿੱਤੀ, ਉਸ ਨੂੰ ਸਮਝਾਇਆ ਕਿ ਭਾਈ ਜੀਵਨ ਦੇ ਇਸ ਅਸਲ ਧਰਮ ਦੀ ਪਾਲਣਾ ਕਿਵੇਂ ਕੀਤੀ ਜਾ ਸਕਦੀ ਹੈ। ਖੈਰ, ਜਿਹੜੀ ਮੈਂ ਬੇਨਤੀ ਕਰਨ ਲੱਗਾ ਹਾਂ ਕਿ ਪੀਸ ਆਫ ਮਾਈਂਡ ਵੀ ਆਰ ਆਲ ਲੁਕਿੰਗ ਫਾਰ ਇਟ। ਅਸੀਂ ਸਾਰੇ ਇਸ ਚੀਜ਼ ਨੂੰ ਲੱਭ ਰਹੇ ਹਾਂ। ਇਹ ਗੁਰੂ ਦਿੰਦਾ, ਤੇ ਗੁਰੂ ਇੱਕ ਐਸਾ ਇੰਸਟੀਟਿਊਸ਼ਨ ਜਿਹਦੇ ਨਾਲ ਜੁੜਨ ਤੋਂ ਬਾਅਦ ਜੀਵਨ ਦੇ ਹਰ ਪਹਿਲੂ ਦੀ ਸਿੱਖਿਆ ਤੇ ਹਰ ਪਹਿਲੂ ਦਾ ਜਿਹੜਾ ਹੈਗਾ ਸਾਨੂੰ ਉਹਦੀ ਅਹਿਸਾਸੀਅਤ ਹੁੰਦੀ। ਇੱਥੇ ਸਾਹਿਬ ਨੇ ਬਿਆਨ ਕੀਤਾ ਹੈਗਾ ਕਿ ਜਦੋਂ ਮੈਨੂੰ ਗੁਰੂ ਦੀ ਪ੍ਰਾਪਤੀ ਹੋਈ ਜਾਂ ਗੁਰੂ ਨਾਲ ਮੇਰੀ ਸਾਂਝ ਬਣੀ ਤੇ ਗੁਰੂ ਨੇ ਮੇਰੇ ਉੱਤੇ ਤਰਸ ਕਰਕੇ ਮੈਨੂੰ ਇਹ ਨਵਾਜ਼ਿਸ਼ ਦੇ ਦਿੱਤੀ, ਮੈਨੂੰ ਇਸ ਰੂਪ ਦੇ ਵਿੱਚ ਬਖਸ਼ ਦਿੱਤਾ ਕਿ ਮੈਂ ਗੁਰੂ ਮਹਾਰਾਜ ਦੀ ਦੇ ਸ਼ਾਂਤ ਪਾਈ, ਗੁਰ ਸਤਿਗੁਰ ਪੂਰੇ, ਮੇਰੇ ਅੰਦਰ ਸ਼ਾਂਤੀ ਆ ਗਈ, ਟਿਕਾ ਆ ਗਿਆ, ਪੀਸ ਆਫ ਮਾਈਂਡ ਮੈਂ ਅਰਨ ਕਰ ਲਿਆ ਆਪਣਾ। ਸੁਖ ਉਪਜੇ ਬਾਜੇ ਅਨਹਦ ਤੂਰੇ, ਸੁਖ ਉਪਜੇ ਆਤਮਕ ਸੁਖ ਦੀ ਪ੍ਰਾਪਤੀ, ਬਾਜੇ ਅਨਹਦ ਤੂਰੇ। ਦੋ ਲਫ਼ਜ਼ ਨੇ, ਧੂਰੇ ਤੇ ਤੂਰੇ। ਕਈ ਵਾਰ ਅਸੀਂ ਇਹਨਾਂ ਨੂੰ ਮਤਲਬ ਮਿਕਸ ਕਰ ਜਾਂਦੇ ਹੈਗੇ ਆ, ਕਿਉਂਕਿ ਸਾਊਂਡ ਜਿਹੜੇ ਨੇ ਬੜੇ ਕਲੋਜ਼ ਬਾਏ ਨੇ। ਜਿਵੇਂ ਸੋਹਿਲਾ ਸਾਹਿਬ ਦਾ ਪਾਠ ਸਮਾਪਤ ਹੁੰਦਾ ਤੇ ਉਹਦੇ 'ਚ ਅਸੀਂ ਜਿਹੜਾ ਲਫ਼ਜ਼ ਪੜ੍ਹਦੇ ਹਾਂ ਉਹ ਧੂਰੇ ਹੈਗਾ, ਵੀ ਮੈਂ ਸੰਤ ਜਨਾਂ ਦੀ ਧੂਰੀ ਮੰਗਦਾ ਹੈਗਾ। ਤੇ ਜਦੋਂ ਅਸੀਂ ਆਨੰਦ ਸਾਹਿਬ ਦਾ ਪਾਠ ਪੜ੍ਹਦੇ ਉਹਦੇ ਅਖੀਰ 'ਤੇ ਜਾ ਕੇ ਤੂਰੇ ਲਫ਼ਜ਼ ਹੈ, ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਸਾਊਂਡ ਵੱਜਣ ਵਾਲੀਆਂ ਚੀਜ਼ਾਂ ਨੇ, ਜਿਵੇਂ ਸਾਜ਼ ਹੁੰਦੇ ਨੇ, ਉਹਦੀ ਧੁਨ ਦੀ ਬਾਤ ਕੀਤੀ ਜਾ ਰਹੀ ਹੈ। ਇਸ ਜੋ ਮਿਸਾਲ ਦਿੱਤੀ ਗਈ ਮਹਾਰਾਜ ਦੁਆਰਾ, ਕਹਿਣਗੇ ਕਿ ਜਦੋਂ ਸੁਖ ਉਪਜੇ ਬਾਜੇ ਅਨਹਦ ਤੂਰੇ, ਅੰਤਰ ਆਤਮੇ ਸੁਖ ਦੀ ਆਮਦ ਹੋਈ ਤੇ ਵਾਜੇ ਵੱਜੇ ਤੇ ਵਾਜੇ ਵੀ ਅਨਹਦ, ਐਸਾ ਨਾਦ ਜਿਹਨੂੰ ਵਜਾਇਆ ਨਾ ਜਾਏ। ਇਹ ਫਿਰ ਮੈਟਾਫੋਰਿਕ ਵੇ ਨਾਲ ਗੱਲ ਹੋਈ ਹੈ। ਜੋ ਅਸੀਂ ਦੇਖਦੇ ਹਾਂ ਨਾ, ਸੰਸਾਰਕ ਤੌਰ 'ਤੇ ਸਾਡੀ ਜਿਹੜੀ ਖੁਸ਼ੀ ਹੈ ਉਹ ਕਿਸੇ ਚੀਜ਼ 'ਤੇ ਡਿਪੈਂਡੈਂਟ ਹੈ। ਸਾਨੂੰ ਕੋਈ ਚੀਜ਼ ਜੀਵਨ ਵਿੱਚ ਪ੍ਰਾਪਤ ਹੋਏ, ਅਚੀਵ ਹੋਏ, ਜਾਂ ਖਾਸ ਕਰਕੇ ਰਿਵਾਰਡ ਬੇਸਡ ਜਿਹੜੀ ਫੀਲਿੰਗ ਹੁੰਦੀ ਹੈ ਉਹਦੇ 'ਚ ਅਸੀਂ ਜ਼ਿਆਦਾ ਜੀਨੇ ਹਾਂ। ਅਤੇ ਜੇ ਕਿਤੇ ਉਸ ਪਾਸੇ ਥੋੜ੍ਹਾ ਡਿਪਰੀਵ ਕਰ ਜਾਈਏ ਅਸੀਂ ਬੜੇ ਸੈਡ ਹੋ ਜਾਂਦੇ ਹਾਂ। ਇਹਦਾ ਲੱਗਦਾ ਤਾਂ ਹੈ ਕਿ ਬੜੀ ਚੰਗੀ ਚੀਜ਼ ਆ, ਲੌਂਗ ਰਨ ਦੇ ਵਿੱਚ ਇਹਦੇ 'ਚ ਕੋਈ ਚੰਗੀ ਚੀਜ਼ ਨਹੀਂ ਹੈ। ਜਦੋਂ ਬੰਦਾ ਮੈਚਿਓਰ ਹੋ ਜਾਏ ਉਦੋਂ ਇਹ ਚੀਜ਼ ਟੁੱਟ ਜਾਣੀ ਚਾਹੀਦੀ ਹੈ। ਸਰਲ ਭਾਵ ਵਿੱਚ ਬਾਤ ਕਰਾਂ, ਅਸੀਂ ਤਉ ਪ੍ਰਸਾਦ ਸਵਈਏ ਪੜ੍ਹਦੇ ਹਾਂ। ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਸੂਰ ਸੁਰਾਦਨ ਸੁਧ ਸੁਦਾਦਕ ਸੰਤ ਸਮੂਹ ਅਨੇਕ ਮਤੀ ਕੇ। ਉਹਦੇ 'ਚ ਅੱਗੇ ਜਾ ਕੇ ਤੁਰੇ ਤੁਰੰਗ, ਜਿਹੜਾ ਘੋੜਿਆਂ ਦੀ ਆਭਾ ਹੋਣੀ, ਪੌੜ ਖੜਕਣੇ, ਰਾਜਿਆਂ ਵਰਗਾ ਜੀਵਨ ਹੋਣਾ, ਸਾਰੀ ਗੱਲ ਕੀਤੀ ਗਈ। ਸਿੱਖ ਰਜ਼ੀਮ ਪਾਵਰ ਵਿੱਚ ਆਇਆ, ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਨੇ ਆਲ ਦਾ ਵੇ ਤਿੱਬਤ ਤੇ ਆਲ ਦਾ ਵੇ ਜਿਹੜਾ ਹੈਗਾ ਆ ਦਰਾਏ ਖੈਬਰ ਤੱਕ, ਖੈਬਰ ਪਖਤੂਨਗਾਹ ਤੋਂ ਲੈ ਕੇ ਉਹ ਸਾਰਾ ਇਲਾਕਾ ਜਿਹੜਾ ਆ ਜ਼ਮਰਾਉਨ ਦੇ ਕਿਲੇ ਦੀ ਸਥਾਪਤੀ ਕੀਤੀ। ਇੱਧਰ ਸਿੰਧ ਅਤੇ ਉਰਲੇ ਪਾਸੇ ਦਰਿਆ ਸਤਲੁਜ ਕਹਿ ਲਓ, ਪਰ ਆਲ ਦਾ ਵੇ ਯਮੁਨਾ ਤੱਕ ਕਹਿ ਲਓ, ਕਿਉਂਕਿ ਫੁਲਕੀਆਂ ਰਿਆਸਤਾਂ ਸੀਗੀਆਂ ਰਸਤੇ ਦੇ ਵਿੱਚ। ਸੋ ਇਹ ਸਾਰਾ ਦਾ ਪ੍ਰਭਾਵ ਕਬੂਲਿਆ। ਠੀਕ ਹੈ ਜੀ, ਸਭ ਚੀਜ਼ਾਂ ਹੋ ਗਈਆਂ, ਪਰ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ, ਹਾਲਾਂਕਿ ਉਹਦਾ ਵਿਜ਼ਨ ਬੜਾ ਲੰਮਾ, ਬੜਾ ਵੱਡਾ ਸੀਗਾ, ਬੜਾ ਉਹਦੀ ਡਿਟੇਲਡ ਸਾਨੂੰ ਥੋੜ੍ਹੀ ਥੋੜ੍ਹੀ ਕਿਤੇ ਕਿਤੇ ਮਿਲਦੀ ਹੈ। ਦੁਨੀਆ ਦਾ ਸਭ ਤੋਂ ਚਲਾਕ ਤਾਕਤਵਰ ਦੁਸ਼ਮਣ ਬਿਲਕੁਲ ਸਤਲੁਜ ਦੇ ਕੰਢੇ ਜਾ ਕੇ ਬੈਠ ਗਿਆ ਅਤੇ ਡੈਫੀਨੇਟਲੀ ਉਹ ਸਾਜ਼ਿਸ਼ਾਂ ਕਰਨ ਲੱਗ ਗਿਆ। ਅਤੇ ਉਹ ਸਾਜ਼ਿਸ਼ਾਂ ਦੇ ਵਿੱਚ ਜਿਹੜੀ ਸਟੇਟ ਅਜੇ ਬੜੀ ਇਮੈਚਿਓਰ ਲੈਵਲ 'ਤੇ ਡਿਵੈਲਪ ਹੋ ਰਹੀ ਹੈ, ਜਿਹਨੂੰ ਬੜੀ ਮੁਸ਼ਕਿਲ ਦੇ ਨਾਲ ਸਥਾਪਿਤ ਕੀਤਾ ਹੈ। ਉਸ ਤੋਂ ਪਹਿਲਾਂ ਤਾਂ ਕਦੀ ਸਟੇਬਿਲਿਟੀ ਹੋਈ ਨਹੀਂ ਉੱਥੇ। ਪੰਜਾਬ ਦੇ ਜੰਮੇ ਨੂੰ ਨਿਤ ਮੁਹਿੰਮਾਂ, ਪਿਛਲਾ 600-700 ਸਾਲ ਦਾ ਸਮਾਂ ਮੁਹਿੰਮ 'ਤੇ ਰਿਹਾ। ਅਤੇ ਜੇ ਕਿਸੇ ਨੇ ਉੱਥੇ ਰੂਲਿੰਗ ਵੀ ਕੀਤੀ ਤੇ ਉਹ ਆਈਦਰ ਆਗਰੇ ਵਾਲੇ ਪਾਸਿਓਂ ਆ ਕੇ ਕੀਤੀ ਜਾਂ ਕਾਬੁਲ ਵਾਲੇ ਪਾਸਿਓਂ ਆ ਕੇ ਕੀਤੀ। ਉਹ ਤਾਂ ਆਪਣੀ ਕਿਸਮਤ ਦਾ ਮਾਲਕ ਹੀ ਨਹੀਂ ਕਦੀ ਬਣਿਆ। ਉਹ ਜਦੋਂ ਮਾਲਕ ਬਣਿਆ ਤੇ ਮਾਲਕ ਬਣੇ ਨੂੰ ਅਜੇ ਪੈਰਾਂ ਸਿਰ ਪੂਰੇ 40 ਸਾਲ ਨਹੀਂ ਹੋਏ, ਅਤੇ 40 ਸਾਲ ਦੇ ਵਿੱਚ ਵੀ ਅਜੇ ਪਹਿਲਾ ਹੀ ਜਿਹੜਾ ਦਰਬਾਰੇ ਖਾਲਸਾ ਦੇ ਤੌਰ 'ਤੇ ਜੋ ਸਰਕਾਰ ਚਲਾਉਣ ਵਾਲਾ, ਉੱਥੇ ਕਹਿ ਲਓ ਕਿ ਰੂਲਿੰਗ ਪਾਰਟੀ ਦੇ ਤੌਰ 'ਤੇ ਬੈਠਾ ਹੈ, ਉਹ ਪਹਿਲਾ ਸ਼ਖਸ ਆ। ਉਹ ਸਾਰੇ ਰੂਪ ਦੇ ਵਿੱਚ
ਡੈਫੀਨਿਟਲੀ ਬਹੁਤ ਸਾਰੀਆਂ ਕਮੀਆਂ ਖਾਮੀਆਂ ਹੋਣਗੀਆਂ, ਪਰ ਜਿਹੜੀ ਬਾਤ ਬਣੀ ਕਿ ਉਹਨਾਂ ਦੇ ਇੱਕਦਮ ਮੈਪ ਤੋਂ ਲਾਂਭੇ ਹੁੰਦਿਆਂ ਨਾਲ ਹੀ ਜਿਹੜੀਆਂ ਫੌਜਾਂ ਤੋਂ ਅਫਗਾਨ ਯਰਕਦੇ ਸੀ, ਅੰਗਰੇਜ਼ ਯਰਕਦੇ ਸੀ, ਸਭ ਚੀਜ਼ਾਂ ਬੜੀਆਂ ਕਮਾਲ ਦੀਆਂ ਹੋ ਰਹੀਆਂ ਸੀਗੀਆਂ, ਉਹਨਾਂ ਫੌਜਾਂ ਨੂੰ ਬੇਕਾਬੂ ਕੀਤਾ ਗਿਆ, ਜਿਹਨੂੰ ਅਸੀਂ ਬੁਰਛਾਗਰਦੀ ਕਹਿੰਦੇ ਆ। ਅਤੇ ਉਹਦਾ ਵੱਡਾ ਰੀਜ਼ਨ ਇਹ ਵੀ ਬਣਿਆ ਕਿਉਂਕਿ ਇੱਕ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਫੌਜਾਂ ਨੂੰ ਲਗਾਤਾਰ ਇੰਨੇ ਕੁ ਪਰਕਸ ਦੇਣੇ ਸ਼ੁਰੂ ਕਰਤੇ, ਜਿਹੜਾ ਭਾਵੇਂ ਸੰਧੇਵਾਲੀਆ ਸਰਦਾਰ ਸੀਗੇ, ਭਾਵੇਂ ਡੋਗਰੇ ਰਜ਼ੀਮ ਦੇ ਆਪਣੇ ਕੋ ਹੱਥ ਠੋਕੇ ਸੀਗੇ, ਉਹ ਸਾਰੇ ਸਾਡੇ ਫੇਵਰ 'ਚ ਹੋ ਜੋ ਤੁਹਾਨੂੰ ਆਹ ਦੇ ਦਿਆਂਗੇ, ਸਾਡੇ ਫੇਵਰ 'ਚ ਹੋ ਜੋ ਤੁਹਾਨੂੰ ਆਹ ਦੇ ਦਿਆਂਗੇ। ਅਤੇ ਉਸ ਸਾਰੇ ਦੇ ਨਾਲ ਫੀਲਿੰਗਸ ਇਹ ਆਉਣੀਆਂ ਵੀ ਹਾਂ ਹੁਣ ਜ਼ਿਆਦਾ ਪ੍ਰਾਪਤ ਹੋ ਰਿਹਾ, ਹੁਣ ਜ਼ਿਆਦਾ ਪ੍ਰਾਪਤ ਹੋ ਰਿਹਾ। ਹਾਲਤ ਇਹ ਬਣੀ ਉਹ ਜ਼ਿਆਦਾ ਪ੍ਰਾਪਤ ਹੁੰਦਿਆਂ ਅਖੀਰ ਸਭ ਕੁਝ ਹੀ ਚਲਾ ਗਿਆ। ਜਿੱਥੇ ਜਾ ਕੇ ਸਰਦਾਰ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ ਕਿ ਜਦੋਂ ਅੰਗਰੇਜ਼ ਵੈਪਨ ਲੈਂਦਾ ਆ ਇੱਕ ਸਿੱਖ ਸਿਪਾਹੀ ਤੋਂ, ਅਤੇ ਸਿੱਖ ਸਿਪਾਹੀ ਇਸ ਤਰੀਕੇ ਨਾਲ ਵੈਪਨ ਫੜਾਉਂਦਾ ਉਸ ਨੂੰ, ਅਤੇ ਨਾਲ ਹੀ ਜ਼ੋਰ ਲਾ ਕੇ ਧਾ ਮਾਰਦਾ, ਅਤੇ ਧਾ ਮਾਰ ਕੇ ਕਹਿੰਦਾ ਉਹ ਮਹਾਰਾਜਾ ਰਣਜੀਤ ਸਿੰਘ ਅੱਜ ਤੇਰੀ ਮੌਤ ਹੋ ਗਈ। ਮਤਲਬ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਫੌਤ ਹੋਇਆ ਉਸ ਦਿਨ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ, 10 ਸਾਲ ਬਾਅਦ ਉਹਨਾਂ ਨੂੰ ਮਹਿਸੂਸ ਹੈ ਵੀ ਉਹ ਹੋ ਅੱਜ ਅਸੀਂ ਸਲੇਵ ਬਣ ਗਏ ਅਸਲ ਦੇ ਵਿੱਚ। ਸੋ ਇਹ ਚੀਜ਼ ਉਹ ਐਸੀ ਖੁਸ਼ੀ ਜਿਹੜੀ ਇੰਸਟੈਂਟ ਇੱਕਦਮ ਲੈਣ ਦੇ ਚੱਕਰ ਦੇ ਵਿੱਚ ਵੀ ਇੱਧਰੋਂ ਥੋੜ੍ਹਾ ਹੋਰ ਮਿਲ ਜਾਂਦਾ, ਕਿਸੇ ਰੂਲ ਅਸੂਲ ਦੀ ਪਾਲਣਾ। ਇਸੇ ਕਰਕੇ ਕਹਿੰਦੇ ਜਿਹੜੀ ਬਾਣੀ ਇਕੱਲੀ ਪੜ੍ਹਨੀ ਨਹੀਂ ਹੁੰਦੀ, ਅਸਲ ਦੇ ਵਿੱਚ ਇਹ ਰਿੜਕਣੀ ਹੁੰਦੀ ਹੈ, ਅਤੇ ਰਿੜਕਣੀ ਹਰ ਲੈਵਲ 'ਤੇ ਹੁੰਦੀ ਹੈ ਬੰਦੇ ਨੇ, ਅਤੇ ਖਾਸ ਕਰਕੇ ਜਿਹੜਾ ਬੰਦਾ ਐਲੀਟ ਵਰਗ ਵਿੱਚ ਹੈ ਉਹਨੂੰ ਤਾਂ ਜ਼ਰੂਰ ਰਿੜਕਣੀ ਚਾਹੀਦੀ ਹੈ। ਜੇ ਅਨਹਦ ਤੂਰੇ ਹੋਣ ਐਸੀ ਖੁਸ਼ੀ ਜਿਹੜੀ ਕਿਸੇ ਖਾਸ ਚੀਜ਼ 'ਤੇ ਆਸ਼ਰਿਤ ਨਾ ਹੋਏ, ਬਲਕਿ ਇੱਕ ਲੌਂਗ ਰਨ ਦਾ ਵਿਜ਼ਨ ਹੋਏ, ਅਤੇ ਜਿਹਦੇ 'ਚ ਬੰਦਾ ਜੀਵਨ ਦੀ ਇੱਕ ਵੱਡੀ ਪ੍ਰਾਪਤੀ ਵਾਸਤੇ ਅਗਰਸਰ ਹੋਏ, ਡੈਫੀਨੇਟਲੀ ਉਹ ਖੁਸ਼ੀ ਵਾਕਿਆ 'ਚ ਹੀ ਖੁਸ਼ੀ ਹੁੰਦੀ ਹੈ। 4 ਲਾਈਨਾਂ ਹੋਰ ਨੇ ਸ਼ਬਦ ਦੇ ਵਿੱਚ ਜਿਨ੍ਹਾਂ ਦੀ ਵਿਵੇਚਨਾ ਆਉਂਦੇ ਸਮੇਂ 'ਚ ਕਰ ਲਵਾਂਗੇ, ਕਿਉਂਕਿ ਵੈਸੇ ਬੜੀ ਡਿਟੇਲਡ ਬਾਤ ਹੋਈ ਕਿ ਸ਼ਾਂਤ ਪਾਏ ਗੁਰ ਸਤਿਗੁਰ ਪੂਰੇ, ਵੀ ਮੇਰੇ ਪੂਰੇ ਸਤਿਗੁਰੂ ਨਾਲ ਰਿਸ਼ਤਾ ਨਾਤਾ ਬਣਿਆ ਅਤੇ ਮੈਂ ਉਹਦੇ ਵਿੱਚੋਂ ਆਤਮਿਕ ਸ਼ਾਂਤੀ ਤੱਕ ਪਹੁੰਚ ਸਕਿਆ। ਰਾਗੀ ਵੀਰ ਅਗਲਾ ਪ੍ਰੋਗਰਾਮ ਚਲਾਉਣਗੇ, ਮੈਨੂੰ ਇੱਥੇ ਇਜਾਜ਼ਤ ਦੇਣੀ। ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।